चलो ठीक है, ਆਪਾਂ ਹੁਣ ਸਟਾਰਟ ਕਰਦੇ ਹਾਂ ਲੈਕਚਰ ਆਪਣਾ। ਓਕੇ, ਇੱਕ ਤਾਂ ਰੇਨ ਐਂਡ ਮੈਨ ਪ੍ਰੋਬਲਮ ਹੋ ਗਿਆ ਆਪਣਾ, ਹੈ ਨਾ। ਟ੍ਰੇਨ ਵਾਲਾ ਡਿਸਕਸ ਹੋ ਗਿਆ, ਜਿਹਦੇ ਥਰੂ ਬੋਟ ਵਾਲਾ ਵੀ ਆਪਣਾ ਰਿਲੇਟਿਵ ਮੋਸ਼ਨ ਦੇ ਵਿੱਚ ਡਿਸਕਸ ਹੋ ਗਿਆ। ਹੁਣ ਇੱਕ ਆਪਾਂ ਰਿਲੇਟਿਵ ਵੈਲੋਸਿਟੀ ਦਾ ਡਿਸਕਸ਼ਨ ਕਰਨਾ ਗਾ, ਵੀ ਜਦੋਂ ਆਪਾਂ ਇਹ ਕੁਐਸਚਨ ਹੈਗੇ ਨੇ ਜਿਹੜੇ ਡਿਸਪਲੇਸਮੈਂਟ ਐਵਰੇਜ ਵੈਲੋਸਿਟੀ ਉਹਦੇ ਨਾਲ ਰਿਲੇਟਡ, ਠੀਕ ਹੈ। ਮੈਂ ਤੁਹਾਨੂੰ ਕੱਲ ਇੱਕ ਵੀਡੀਓ ਭੇਜੀ ਸੀਗੀ ਤਾਂ ਹੀ ਵੀ ਮੋਸ਼ਨ ਇਨ ਏ ਸਟ੍ਰੇਟ ਲਾਈਨ ਦੇ ਵਿੱਚ ਉਹ ਜਿਹੜਾ 9th ਦੇ ਵਿੱਚ ਪੜ੍ਹਿਆ ਹੁੰਦਾ ਕੰਮ ਆ ਉਹ ਤੁਸੀਂ ਕਰਕੇ ਰੱਖਣਾ ਗਾ। ਹੋਪਫੁਲੀ ਤੁਸੀਂ ਇੰਨੀ ਕੁ ਮੇਰੀ ਗੱਲ ਮੰਨ ਲਈ ਹੋਣੀ ਆ ਵੀ ਉਹਨੂੰ ਦੇਖ ਲਿਆ ਹੋਣਾ ਗਾ, ਹੈ ਨਾ, ਵੀ ਇਕੁਏਸ਼ਨ ਆਫ ਮੋਸ਼ਨ ਨੂੰ ਕਿਵੇਂ ਅਪਲਾਈ ਕਰਨਾ ਸੀਗਾ। ਤਾਂ ਮੈਂ ਉਹ 'ਚ ਦੱਸਿਆ ਹੋਇਆ ਗਾ ਵੀ ਕਦੋਂ ਆਪਾਂ ਇਨੀਸ਼ੀਅਲ ਵੈਲੋਸਿਟੀ 0 ਮੰਨਣੀ ਆ, ਕਦੋਂ ਆਪਾਂ ਫਾਈਨਲ ਵੈਲੋਸਿਟੀ 0 ਮੰਨਣੀ ਆ, ਐਟਸੈਟਰਾ ਐਟਸੈਟਰਾ, ਠੀਕ ਹੈ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਉਹ ਵੀ ਮੈਂ ਤੁਹਾਨੂੰ ਦੱਸਿਆ ਹੋਇਆ ਵੀ ਕਿਵੇਂ ਆਪਾਂ ਸਾਈਨ ਮੰਨਦੇ ਆ, ਨੈਗੇਟਿਵ ਕਿਵੇਂ ਮੰਨਦੇ ਆ, ਪੋਜ਼ਿਟਿਵ ਕਿਵੇਂ ਮੰਨਦੇ ਆ, ਉਹਨਾਂ ਨੂੰ ਨਾ ਮੈਂ ਅਪਲਾਈ ਕਰੂੰਗਾ। ਹੁਣ ਅੱਜ ਮੈਂ ਸੋਚ ਰਿਹਾ ਸੀਗਾ ਵੀ ਅਸਾਈਨਮੈਂਟ ਦੇ ਵਿੱਚ ਨਾ ਮੈਂ ਇਕੱਠੀ ਤੁਹਾਨੂੰ ਕੁਐਸਚਨ ਦੇ ਦਾਂ ਤਾਂ ਕਿ ਉਹਦੇ ਵਿੱਚ ਤੁਹਾਨੂੰ ਸਾਰੇ ਟਾਈਪ ਦਾ ਫਲੇਵਰ ਆ ਜੇ, ਮਤਲਬ ਜਿੰਨੇ ਵੀ ਤਰ੍ਹਾਂ ਦੇ ਆਪਾਂ ਕੁਐਸਚਨ ਕੀਤੇ ਨੇ ਉਹ ਸਾਰੇ ਇਨਕਲੂਡ ਹੋ ਜਾਣ। ਤਾਂ ਹੁਣ ਆਪਾਂ ਇੱਕ ਬੇਸਿਕ ਕੁਐਸਚਨ ਤੋਂ ਸਟਾਰਟ ਕਰਦੇ ਹਾਂ। ਉਹ ਬੇਸਿਕ ਕੁਐਸਚਨ ਜਿਹੜਾ ਗਾ ਉਹ ਹੈਗਾ ਸੀ ਵੀ ਸਿਚੁਏਸ਼ਨ ਹੈ ਇੱਕ, ਮੈਂ ਮਤਲਬ ਕੀ ਹੈਗਾ ਸਿਚੁਏਸ਼ਨ ਕੀ ਆ ਵੀ ਦੋ ਡਿਫਰੈਂਟ ਟਾਊਨ ਨੇ, ਠੀਕ ਹੈ। ਰਿਲੇਟਿਵ ਵੈਲੋਸਿਟੀ ਨੂੰ ਮੈਂ ਡਿਸਕਸ ਕਰਨ ਲੱਗਿਆਗਾ। ਤਾਂ ਰਿਲੇਟਿਵ ਵੈਲੋਸਿਟੀ ਦਾ ਜਿਹੜਾ ਇਹ ਪਾਰਟ ਮੈਂ ਡਿਸਕਸ ਕਰਨ ਲੱਗਿਆ ਇਹਦੇ ਵਿੱਚ ਫਿਲਹਾਲ ਲਈ ਮੈਂ ਲੀਨੀਅਰ ਮੋਸ਼ਨ ਕੰਸੀਡਰ ਕਰੂੰਗਾ, ਠੀਕ ਹੈ। ਤਾਂ ਰਿਲੇਟਿਵ ਵੈਲੋਸਿਟੀ ਦੇ ਵਿੱਚ ਲੀਨੀਅਰ ਮੋਸ਼ਨ ਨੂੰ ਮੈਂ ਕੰਸੀਡਰ ਕਰੂੰਗਾ। ਓਕੇ, ਤਾਂ ਹੁਣ ਜਿਹੜਾ ਇਹਦਾ ਪਹਿਲਾ ਪਾਰਟ ਆ ਉਹ ਕੀ ਆ, ਮੈਂ ਥੋੜੇ ਜਿਹੇ ਡਿਜਿਟ ਨੇ ਨਾ ਇਹਨਾਂ ਨੂੰ ਵੱਡੇ ਕਰ ਰਿਹਾ ਤਾਂ ਕਿ ਤੁਹਾਨੂੰ ਪ੍ਰੋਪਰ ਦਿਖੇ। ਹੁਣ ਸਟੋਰੀ ਇਹ ਆ ਵੀ ਇੱਥੇ ਇੱਕ ਟਾਊਨ ਆ A, ਠੀਕ ਹੈ, ਤੇ ਇੱਧਰ ਇੱਕ ਟਾਊਨ ਆ B। ਓਕੇ, ਇਹ ਦੋਨੋਂ ਟਾਊਨ ਦੇ ਬਿਟਵੀਨ ਸਾਨੂੰ ਡਿਸਟੈਂਸ ਦਿੱਤਾ ਹੋਇਆ। ਉਹ ਡਿਸਟੈਂਸ ਤੁਸੀਂ ਕੋਈ ਵੀ ਮੰਨ ਕੇ ਚੱਲ ਸਕਦੇ ਹੋ, ਜਿਵੇਂ ਸਪੋਜ਼ ਕਰੋ ਉਹ ਡਿਸਟੈਂਸ ਹੈਗਾ ਸਾਡੇ ਕੋਲ 200 ਕਿਲੋਮੀਟਰ, ਠੀਕ ਹੈ। ਜੇ ਮੈਂ ਕਹਿੰਦਾ ਵੀ ਮੇਰਾ ਜਿਹੜਾ ਪਿੰਡ ਆ ਉਹ ਮੇਰਾ ਜਿਹੜਾ ਹੈਗਾ ਉਹ ਬਰਨਾਲਾ ਗਾ, ਤਾਂ ਬਰਨਾਲੇ ਤੋਂ ਲੈ ਕੇ ਚੰਡੀਗੜ੍ਹ ਤੱਕ ਦਾ ਡਿਸਟੈਂਸ, ਠੀਕ ਹੈ, ਇਹ ਦੋ ਟਾਊਨ ਹੋ ਗਏ। ਹੁਣ ਤਾਂ ਬਰਨਾਲੇ ਤੋਂ ਚੰਡੀਗੜ੍ਹ ਤੱਕ ਦੇ ਬਿਟਵੀਨ ਜਿਹੜਾ ਗੈਪ ਆ ਉਹ ਸਾਨੂੰ ਗਿਵਨ ਆ। ਹੁਣ ਇੱਕ ਬੱਸ ਇਧਰੋਂ ਚੱਲ ਰਹੀ ਆ, ਇੱਕ ਬੱਸ ਇਧਰੋਂ ਚੱਲ ਰਹੀ ਆ, ਦੋਨੋਂ ਸੇਮ ਟਾਈਮ ਤੇ ਚੱਲਣਗੀਆਂ ਬੱਸਾਂ। ਤੇ ਆਪਾਂ ਨੇ ਕੁਐਸਚਨ ਇਹ ਕਰਨਾਗਾ ਵੀ ਦੱਸੋ ਉਹ ਕਿੰਨੇ ਟਾਈਮ ਬਾਅਦ ਇੱਕ ਦੂਜੇ ਨੂੰ ਕ੍ਰਾਸ ਕਰਨਗੀਆਂ, ਠੀਕ ਹੈ। ਇਸ ਤਰ੍ਹਾਂ ਦਾ ਕੁਐਸਚਨ ਆ। ਇਹ ਕੁਐਸਚਨ ਵੀ ਰਿਲੇਟਿਵ ਵੈਲੋਸਿਟੀ ਦਾ ਹੀ ਪਾਰਟ ਹੈਗਾ। ਹੋਪਫੁਲੀ ਤੁਸੀਂ ਇਹ 9th 'ਚ ਕੀਤਾ ਹੋਣਾਗਾ, ਪਰ 9th ਦੇ ਵਿੱਚ ਕਿਉਂਕਿ ਇੰਨਾ ਡੀਪ ਨਹੀਂ ਜਾਂਦੇ ਬਿਕੋਜ਼ ਵੈਕਟਰ ਨਹੀਂ ਹੁੰਦੇ 9th ਦੇ ਵਿੱਚ। ਤਾਂ ਜਿਨ੍ਹਾਂ ਨੇ ਬੱਚਿਆਂ ਨੇ ਤਾਂ NTSC ਵਗੈਰਾ ਕੀਤਾ ਹੁੰਦਾ ਉਹ ਤਾਂ ਕਰ ਲੈਂਦੇ ਨੇ, ਬਾਕੀ ਬੱਚੇ ਰਹਿ ਜਾਂਦੇ ਨੇ। ਤਾਂ ਆਪਾਂ ਹੁਣ ਇੱਥੇ ਇਹਨੂੰ ਥੋੜਾ ਜਿਹਾ ਬੇਸਿਕ ਤੋਂ ਲੈ ਕੇ ਸਮਝਾਂਗੇ ਤੇ ਸ਼ੁਰੂ ਕਰਾਂਗੇ, ਠੀਕ ਹੈ। ਤਾਂ ਮੈਂ ਇਸ ਨੂੰ ਸਮਝਾਉਣ ਦੇ ਲਈ ਮੈਂ ਤੁਹਾਨੂੰ ਕੱਲ ਇੱਕ ਗੱਲ ਦੱਸੀ ਸੀ ਵੀ ਜਦੋਂ ਆਪਾਂ ਬਾਈਕ ਤੇ ਜਾ ਰਹੇ ਹਾਂ, ਸਕੂਟਰ ਤੇ ਜਾਂ ਸਾਈਕਲ ਤੇ, ਜਾਂ ਮਤਲਬ ਜਾ ਰਹੇ ਹਾਂ ਓਪਨ ਆਪਾਂ ਸਿਚੁਏਸ਼ਨ 'ਚ, ਤੇ ਆਪਣੇ ਸਾਹਮਣੇ ਕੋਈ ਚੀਜ਼ ਲੰਘਦੀ ਆ ਤਾਂ ਜਦੋਂ ਉਹ ਸਾਨੂੰ ਕ੍ਰਾਸ ਕਰਨ ਲੱਗਦੀ ਆ ਤਾਂ ਸਾਨੂੰ ਇਹ ਲੱਗਦਾ ਵੀ ਉਹਦੀ ਸਪੀਡ ਬਹੁਤ ਤੇਜ਼ ਸੀ ਐਜ਼ ਕੰਪੇਅਰ ਕਿ ਅਸੀਂ ਜਿੰਨਾ ਸਪੀਡ ਤੇ ਜਾ ਰਹੇ ਹਾਂ। ਹੁਣ ਉਹੀ ਜਿਹੜੀ ਉਹਦਾ ਪ੍ਰੂਫ ਆ ਇਹ ਇੱਕ ਤਰ੍ਹਾਂ ਨਾਲ ਵੀ ਉਹ ਸਾਨੂੰ ਫੀਲ ਕਿਉਂ ਹੁੰਦਾ ਗਾ। ਤਾਂ ਇਹਦੇ ਇਸ ਕਨਸੈਪਟ ਨੂੰ ਸਮਝਣ ਦੇ ਲਈ ਮੇਰੇ ਕੋਲ ਇਸ ਤਰ੍ਹਾਂ ਮੈਂ ਇਹਨੂੰ ਅਸਿਊਮ ਕਰਦਾ ਵੀ ਇੱਥੋਂ ਇੱਕ ਜਿਹੜਾ ਵਹੀਕਲ ਚੱਲਿਆ ਉਹਦੀ ਵੈਲੋਸਿਟੀ ਹੈਗੀ ਆ VA, ਇਧਰੋਂ ਜਿਹੜਾ ਵਹੀਕਲ ਚੱਲਿਆ ਉਹਦੀ ਵੈਲੋਸਿਟੀ ਹੈਗੀ ਆ VB। ਦੋਨਾਂ ਦੇ ਬਿਟਵੀਨ ਡਿਸਟੈਂਸ ਮੈਂ ਮੰਨ ਲਿਆ D, ਠੀਕ ਹੈ। ਤਾਂ ਹੁਣ ਜਦੋਂ ਦੋ ਡਾਇਰੈਕਸ਼ਨ ਆਪੋਜ਼ਿਟ ਨੇ, ਤੁਸੀਂ ਇੱਥੋਂ ਸਟੋਰੀ ਮਤਲਬ ਇੱਥੋਂ ਸ਼ੁਰੂ ਕਰਨਾ ਆਪਾਂ ਇਹ ਵੀ ਜਿਹੜਾ ਜਦੋਂ ਡਾਇਰੈਕਸ਼ਨ ਆਪੋਜ਼ਿਟ ਆ ਤਾਂ ਤੁਸੀਂ ਦੇਖੋ ਆ D ਡਿਸਟੈਂਸ ਨੂੰ ਕਵਰ ਕਰਨ ਲਈ ਦੋਨੋਂ ਕੋਸ਼ਿਸ਼ ਕਰ ਰਹੇ ਨੇ। ਇਹ ਵੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਹ ਵੀ ਉਹਦੇ ਟੂਵਰਡਸ ਜਾ ਰਿਹਾ, ਜਿਹੜਾ B ਆ ਉਹ ਇਹਦੇ ਟੂਵਰਡਸ ਆ ਰਿਹਾ। ਤਾਂ ਮਤਲਬ ਇਧਰੋਂ A ਜਾ ਰਿਹਾ ਹੈਗਾ, ਇਧਰੋਂ B ਜਾ ਰਿਹਾ, ਤਾਂ ਦੋਨੋਂ ਮਿਲ ਕੇ
ਇਹ ਡਿਸਟੈਂਸ ਡੀ ਕਵਰ ਕਰ ਰਹੇ ਨੇ। ਠੀਕ ਹੈ, ਹੁਣ ਇਹੀ ਸਟੋਰੀ ਜਦੋਂ ਆਪਾਂ ਜਾ ਰਹੇ ਹਾਂ ਤਾਂ ਤੁਸੀਂ ਹੈਗੇ ਮੰਨ ਲਓ VA, ਤੁਹਾਡੇ ਜਿਹੜੇ ਸਾਹਮਣੇ ਤੋਂ ਆ ਰਿਹਾ ਵਹੀਕਲ ਆ ਉਹ ਹੈਗਾ VB ਸਪੀਡ ਨਾਲ। ਦੋਨਾਂ ਦੇ ਵਿੱਚ ਜਿਹੜਾ ਪਹਿਲਾਂ ਜਦੋਂ ਤੁਸੀਂ ਆਬਜ਼ਰਵ ਕਰਨ ਲੱਗੇ ਤਾਂ ਗੈਪ ਹੈਗਾ D। ਠੀਕ ਹੈ, ਤਾਂ ਜਿਵੇਂ ਕ੍ਰਾਸ ਕਰਨ ਲੱਗੇ ਹੋ ਤਾਂ ਕ੍ਰਾਸ ਕਰਨ ਵਾਲਾ ਡਿਸਟੈਂਸ ਤਾਂ ਬਹੁਤ ਛੋਟਾ ਹੁੰਦਾ ਨਾ, ਉਹ ਤਾਂ ਫੀਟ ਦੇ ਵਿੱਚ ਹੀ ਹੋਊਗਾ, 2-4 ਫੁੱਟ ਇੰਨਾ ਕੁ ਹੋਊਗਾ। ਠੀਕ ਹੈ ਨਾ, ਤਾਂ ਜਦੋਂ ਤੁਸੀਂ ਆਬਜ਼ਰਵ ਕਰਨ ਲੱਗਦੇ ਹੋ ਉਹਨੂੰ ਵਹੀਕਲ ਨੂੰ ਤਾਂ ਉਦੋਂ ਕਿੰਨਾ ਕੁ ਹੋ ਸਕਦਾ ਗਾ। ਤਾਂ ਤੁਸੀਂ ਜਦੋਂ ਵਹੀਕਲ ਨੂੰ ਦੇਖਣ ਲੱਗਦੇ ਹੋ ਤਾਂ ਮੇਰਾ ਖਿਆਲ ਆ ਉਹ 150-200 ਮੀਟਰ ਹੋਊਗਾ। 200 ਮੀਟਰ ਤੋਂ ਤੁਸੀਂ ਦੇਖਣਾ ਸ਼ੁਰੂ ਕਰ ਦਿੰਦੇ ਹੋ ਵੀ ਕੋਈ ਵਹੀਕਲ ਆ ਰਿਹਾ ਹੈਗਾ, ਕਿਉਂਕਿ ਬਾਕੀ ਆਪਾਂ ਵਿਜ਼ੀਬਿਲਟੀ ਟ੍ਰੈਫਿਕ ਦੀ ਨਹੀਂ ਰੱਖਦੇ। ਤਾਂ ਜਦੋਂ 200 ਮੀਟਰ ਰਹਿ ਜਾਂਦਾ ਤਾਂ ਅਸੀਂ ਉਹਨੂੰ ਆਬਜ਼ਰਵ ਕਰਨ ਲੱਗ ਜਾਂਦੇ ਹਾਂ ਵੀ ਕੋਈ ਚੀਜ਼ ਸਾਨੂੰ ਕ੍ਰਾਸ ਕਰ ਰਹੀ ਆ। ਤਾਂ ਹੁਣ ਤੁਸੀਂ ਐਂ ਦੇਖੋ ਵੀ 200 ਮੀਟਰ ਡਿਸਟੈਂਸ ਕਵਰ ਕਰ ਰਹੇ ਆ ਸਾਰਾ। ਠੀਕ ਹੈ, ਤੇ ਆਪਣੀਆਂ ਦੋਨਾਂ ਦੀਆਂ ਸਪੀਡ ਜਿਹੜੀਆਂ ਨੇ ਉਹ ਕਿਲੋਮੀਟਰ ਪਰ ਆਵਰ ਚ ਹੁੰਦੀਆਂ ਨੇ, ਰਾਈਟ। ਤਾਂ ਹੁਣ D ਡਿਸਟੈਂਸ ਨੂੰ ਦੋਨੋਂ ਜਾਣੇ ਕਵਰ ਕਰ ਰਹੇ ਨੇ, ਤਾਂ ਜੇ ਇੱਕ ਡਿਸਟੈਂਸ ਨੂੰ 2 ਜਾਣੇ ਕਵਰ ਕਰ ਰਹੇ ਨੇ ਤਾਂ ਜਲਦੀ ਕਵਰ ਹੋਊਗਾ। ਪਹਿਲੀ ਗੱਲ ਤਾਂ ਕਲੀਅਰ ਹੋ ਗਈ, ਰਾਈਟ। ਤਾਂ ਜਲਦੀ ਕਵਰ ਹੋਣ ਦਾ ਕਨਸੈਪਟ ਇੱਥੇ ਕਿਵੇਂ ਲੈਣਾ, ਤੁਸੀਂ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਵੈਲੋਸਿਟੀ ਆਪਣੀ ਮੰਨਣੀ ਆ, ਤੇ ਜਿਹੜੀ ਆਪਣੀ ਡਾਇਰੈਕਸ਼ਨ ਹੁੰਦੀ ਆ, ਠੀਕ ਹੈ, ਉਹਨੂੰ ਅਸੀਂ ਹਮੇਸ਼ਾ ਪੋਜ਼ਿਟਿਵ ਮੰਨ ਕੇ ਚੱਲਦੇ ਹਾਂ। ਕਿਉਂ? ਆਪਾਂ ਕਹਿੰਦੇ ਆ ਵੀ ਮੈਂ ਸਿੱਧਾ ਜਾ ਰਿਹਾ, ਰਾਈਟ। ਜਿਹੜਾ ਸਾਹਮਣੇ ਆ ਕੇ ਆਪਾਂ ਨੂੰ ਮੰਨ ਲਓ ਕੋਈ ਆਪਣੇ ਚ ਹਿੱਟ ਹੋਣ ਲੱਗਦਾ ਤਾਂ ਆਪਾਂ ਤਾਂ ਹੀ ਕਹਿੰਦੇ ਮੈਂ ਤਾਂ ਸਿੱਧਾ ਜਾ ਰਿਹਾ ਹੈਗਾ, ਰਾਈਟ। ਤਾਂ ਪ੍ਰੋਬਲਮ ਤਾਂ ਆਉਂਦੀ ਹੈ ਦੂਜੇ ਨਾਲ ਵੀ ਆਪਾਂ ਕਹਿੰਦੇ ਆ ਤੂੰ ਪੁੱਠਾ ਆ ਰਿਹਾ ਸੀਗਾ, ਰਾਈਟ। ਤਾਂ ਕਿਉਂ? ਕਿਉਂਕਿ ਆਪਾਂ ਇੱਕ ਆਪਣੀ ਡਾਇਰੈਕਸ਼ਨ ਨੂੰ ਪੋਜ਼ਿਟਿਵ ਮੰਨ ਕੇ ਚੱਲਦੇ ਹਾਂ। ਤਾਂ ਤੁਸੀਂ ਮੰਨ ਲਓ ਵੀ ਤੁਸੀਂ A ਹੋ ਤਾਂ ਤੁਸੀਂ ਪੋਜ਼ਿਟਿਵ ਹੋ, ਠੀਕ ਹੈ। ਤਾਂ ਤੁਹਾਡੀ ਵੈਲਿਊ ਜਿਹੜੀ ਆ ਵੈਲੋਸਿਟੀ ਦੀ ਉਹ ਪੋਜ਼ਿਟਿਵ ਮੰਨੀ ਜਾਊਗੀ। ਤਾਂ ਜਦੋਂ ਆਪਾਂ ਰਿਲੇਟਿਵ ਵੈਲੋਸਿਟੀ ਕੱਢਦੇ ਆ ਤਾਂ ਰਿਲੇਟਿਵ ਵੈਲੋਸਿਟੀ ਆਫ, ਹੁਣ ਤੁਸੀਂ ਹੋ A ਤਾਂ ਤੁਸੀਂ A ਵਿਦ ਰਿਸਪੈਕਟ ਟੂ B ਲਿਖੋਗੇ। ਕਿਉਂ? ਜਿਹੜਾ ਤੁਸੀਂ ਹੋ, ਤੁਸੀਂ ਆਪਣੇ ਆਪ ਨੂੰ ਜਿਹਨੂੰ ਮੰਨਿਆ ਤਾਂ ਤੁਸੀਂ ਆਪਣੇ ਲਈ ਲਿਖੋਗੇ ਵੀ ਮੇਰੀ ਵੈਲੋਸਿਟੀ ਉਹਦੇ ਕੰਪੈਰੀਜ਼ਨ ਚ ਕਿੰਨੀ ਆ। ਤਾਂ ਰਿਲੇਟਿਵ ਵੈਲੋਸਿਟੀ, ਸੌਰੀ ਆ ਗੈਪ ਨਹੀਂ ਹੈਗਾ ਇਹਦੇ ਵਿੱਚ, ਸਮਝ ਲਿਓ ਵੀ ਆ ਰਿਲੇਟਿਵ ਅਲੱਗ ਆ ਵੈਲੋਸਿਟੀ ਅਲੱਗ ਆ, ਹਨਾ। ਤਾਂ ਰਿਲੇਟਿਵ ਵੈਲੋਸਿਟੀ ਆਫ A ਵਿਦ ਰਿਸਪੈਕਟ ਟੂ B। ਤਾਂ ਤੁਸੀਂ ਦੇਖੋ ਹੁਣ ਤੁਹਾਡੀ ਵੈਲੋਸਿਟੀ ਕੀ ਆ, ਮੈਂ ਤੁਹਾਨੂੰ ਕਿਹਾ ਵੀ ਤੁਹਾਡੀ ਵੈਲੋਸਿਟੀ ਹੈਗੀ ਆ ਪੋਜ਼ਿਟਿਵ, ਤਾਂ ਤੁਸੀਂ ਇਹਨੂੰ ਪੋਜ਼ਿਟਿਵ ਮੰਨਣਾ। ਓਕੇ, ਹੁਣ ਜਦੋਂ ਰਿਲੇਟਿਵ ਵੈਲੋਸਿਟੀ ਕੱਢਣੀ ਆ, ਰਿਲੇਟਿਵ ਵੈਲੋਸਿਟੀ ਦਾ ਮਤਲਬ ਹੁੰਦਾਗਾ ਆਪੋਜ਼ਿਟ, ਅਪੋਜ਼ ਕਰਨਾ, ਇੱਕ ਦੂਜੇ ਨੂੰ ਕੰਪੇਅਰ ਕਰਨਾ। ਤਾਂ ਜਿਹੜਾ ਅਪੋਜ਼ ਵਰਡ ਮੈਂ ਯੂਜ਼ ਕੀਤਾ ਉਹਦੇ ਲਈ ਰਿਲੇਟਿਵ ਵੈਲੋਸਿਟੀ, ਕਿਉਂਕਿ ਫਾਈਂਡ ਆਊਟ ਕਰ ਰਹੇ ਆ ਵੀ ਦੋਨਾਂ ਦੀ ਕੰਪੈਰੀਜ਼ਨ ਵੈਲੋਸਿਟੀ ਕਿੰਨੀ ਆ। ਤਾਂ ਰਿਲੇਟਿਵ ਮੋਸ਼ਨ ਜਿੱਥੇ ਹੈਗਾ ਇਸ ਤਰ੍ਹਾਂ ਦਾ, ਜਦੋਂ ਆਪੋਜ਼ਿਟ ਡਾਇਰੈਕਸ਼ਨ ਦੀ ਸਿਚੁਏਸ਼ਨ ਹੋਵੇ ਤਾਂ ਆਪਾਂ ਨੇ ਉਹ ਵੈਲਿਊ ਨੂੰ ਮਾਈਨਸ ਕਰਨਾ ਹੁੰਦਾ। ਤਾਂ ਮਤਲਬ ਮੈਂ ਇੱਕ ਵੈਲੋਸਿਟੀ ਨੂੰ ਦੂਜੀ ਵੈਲੋਸਿਟੀ ਦੇ ਨਾਲ ਸਬਟਰੈਕਟ ਕਰੂੰਗਾ ਕਿਉਂਕਿ ਅਪੋਜ਼ ਕਰ ਰਹੇ ਆ। ਤਾਂ ਜਦੋਂ ਅਪੋਜ਼ ਵਰਡ ਯੂਜ਼ ਕਰਨਾ ਤਾਂ ਫਿਜ਼ਿਕਸ ਕਹਿੰਦੀ ਆ ਤੁਸੀਂ ਨੈਗੇਟਿਵ ਸਾਈਨ ਲਗਾਉਣਾ, ਤਾਂ ਮੈਂ ਲਗਾਇਆ ਇੱਕ ਨੈਗੇਟਿਵ ਸਾਈਨ, ਠੀਕ ਹੈ। ਤਾਂ ਰਿਲੇਟਿਵ ਵੈਲੋਸਿਟੀ ਨੂੰ ਸੋਲਵ ਕਰਨ ਲੱਗੇ ਹਜੇ ਆਪਾਂ। ਦੂਜੀ ਗੱਲ, ਇਹ ਨੈਗੇਟਿਵ ਸਾਈਨ ਕਿਹਦਾ ਗਾ, ਇਹ ਫਾਰਮੂਲੇ ਦਾ ਗਾ ਰਿਲੇਟਿਵ ਵੈਲੋਸਿਟੀ ਦੇ, ਠੀਕ ਹੈ। ਹੁਣ A ਦਾ ਕਿਹਦੇ ਨਾਲ ਕੰਪੈਰੀਜ਼ਨ ਕਰ ਰਹੇ ਆ ਆਪਾਂ, B ਨਾਲ। B ਸਾਡੇ ਆਪੋਜ਼ਿਟ ਆ ਰਿਹਾ ਹੈਗਾ। ਹੁਣ ਆ ਗਈ ਆਪਣੀ ਡਾਇਰੈਕਸ਼ਨ ਦੀ ਗੱਲ। ਪਹਿਲਾਂ ਜਿਹੜਾ ਆ ਮਾਈਨਸ ਲਗਾਇਆ ਇਹ ਫਾਰਮੂਲੇ ਦਾ ਗਾ, ਜਿਹੜਾ ਹੁਣ ਅਸੀਂ ਸਾਈਨ ਲਗਾਉਣਾਗਾ, ਠੀਕ ਹੈ, ਉਹ ਸਾਈਨ ਲੱਗੂਗਾ ਵੀ ਕੀ ਉਹ ਸਾਡੀ ਡਾਇਰੈਕਸ਼ਨ ਦੇ ਅਲੋਂਗ ਆ ਜਾਂ ਕੀ ਉਹ ਸਾਡੀ ਡਾਇਰੈਕਸ਼ਨ ਤੋਂ ਆਪੋਜ਼ਿਟ ਆ। ਤਾਂ ਹੁਣ ਜਿਹੜਾ B ਆ ਅਸੀਂ ਅਸਿਊਮ ਕੀਤਾ ਉਹ ਸਾਡੇ ਆਪੋਜ਼ਿਟ ਆ ਰਿਹਾ, ਤਾਂ ਉਹਦੇ ਲਈ ਵੀ ਅਸੀਂ ਇੱਕ ਮਾਈਨਸ ਸਾਈਨ ਇੱਥੇ ਲਗਾਉਣਾਗਾ। ਤਾਂ ਜਿਹੜਾ ਪਹਿਲਾ ਮਾਈਨਸ ਲੱਗਿਆਗਾ ਇਹ ਤਾਂ ਹੋ ਗਿਆ ਕੰਪੈਰੀਜ਼ਨ, ਦੂਜਾ ਮਾਈਨਸ ਜਿਹੜਾਗਾ ਉਹ ਹੋ ਗਿਆ ਉਹਦੀ ਡਾਇਰੈਕਸ਼ਨ ਦਾ। ਕਿਉਂ? ਬਿਕੋਜ਼ ਉਹ ਸਾਡੇ ਆਪੋਜ਼ਿਟ ਆ, ਰਾਈਟ। ਤਾਂ ਇਟ ਮੀਨਸ ਮਾਈਨਸ ਮਾਈਨਸ ਕੀ ਹੋ ਗਿਆ ਪਲੱਸ। ਤਾਂ ਆ ਵੈਲਿਊ ਆਈ ਬਣ ਜੂਗੀ, ਦੇਖੋ VA ਪਲੱਸ VB। ਤਾਂ ਦੋਨੋਂ ਵੈਲਿਊਜ਼ ਕੀ ਹੋ ਗਈਆਂ, ਐਡ ਹੋ ਗਈਆਂ। ਤਾਂ ਜਦੋਂ ਰਿਲੇਟਿਵ ਵੈਲੋਸਿਟੀ ਤੁਸੀਂ ਫਾਈਂਡ ਆਊਟ ਕਰ ਰਹੇ ਹੋ, ਡਾਇਰੈਕਸ਼ਨ ਆਪੋਜ਼ਿਟ ਹੋਵੇ, ਡਾਇਰੈਕਸ਼ਨ ਆਪੋਜ਼ਿਟ ਆ ਤੇ ਤੁਸੀਂ ਉਹਨਾਂ ਦੀ ਰਿਲੇਟਿਵ ਵੈਲੋਸਿਟੀ ਫਾਈਂਡ ਆਊਟ ਕਰਨੀ ਆ, ਤਾਂ ਤੁਸੀਂ ਦੋਨੋਂ ਵੈਲੋਸਿਟੀਜ਼ ਨੂੰ ਸਿੰਪਲੀ ਐਡ ਕਰ ਦੇਣਾ, ਠੀਕ ਹੈ। ਜਦੋਂ ਐਡ ਕਰੋਗੇ, ਹੁਣ ਦੇਖੋ ਆਜੋ ਉਧਰਲੇ ਪਾਸੇ ਜਿਹੜਾ ਆਪਣਾ ਕੁਐਸਚਨ ਆ, ਇਹ
ਤੁਸੀਂ ਮੰਨ ਲਓ ਆਪਣੇ ਆਪ ਨੂੰ ਵੀ ਇਹ ਹੈਗਾ ਗਾ 72 ਕਿਲੋਮੀटर पर आवर। इधरली बस जी उन्हें अपनी जर्नी स्टार्ट की आ बाय 72 किलोमीटर पर आवर। वो कॉन्सटेंट। अच्छा होर गल इन्हां दे विच जिहड़ियां ये स्टोरीज ने ये सारियां दे विच असीं मोशन कॉन्सटेंट रखना, मतलब 200 किलोमीटर दे बिटवीन असीं ये नहीं मन्नांगे भी वो किते रुकिया होगा, वो स्लो होया होगा। क्यों? क्योंकि मोशन जिहड़ा गा वो यूनीफॉर्म कंसिडर करके चलदे आ। नॉन यूनीफॉर्म मोशन दी स्टोरीज डिफरेंट ने, वो बाद दे विच डिस्कस करनियां ने, पर पहला यूनीफॉर्म मोशन। हुण जिहड़ी बी दी वेलोसिटी आ, ठीक है, बी दी वेलोसिटी कितनी मननी आ? तुसी अपने अकॉर्डिंग बी दी वेलोसिटी नूं मान लो लेट्स से ये होगी अपने कोल 58 किलोमीटर पर आवर मान लो भी वो इन्नी स्पीड ना आ रही है, ठीक है। हुण क्वेश्चन सी भी दसो, ओहो दो क्वेश्चन ने इहदे विच। पहला क्वेश्चन इहदे विच हैगा वो हैगा गा भी इन व्हाट टाइम दे क्रॉस, ठीक है, किन्ने टाइम बाद ओहो एक दूजे नूं क्रॉस करनगे। तो पहला आपां इह क्वेश्चन नूं सॉल्व कर लईए। उस तो पहले इनू सॉल्व करन तो भी तुसी आ स्क्रीनशॉट ले लो ते आ फार्मूला समझ गए होंगे, ठीक है। भी तुसी जे डायरैक्शन ऑपोजिट आ तो आप प्लस करना गा, ठीक है। फिर मैं आना उधरले पॉइंट ते, तुसी पहला स्क्रीनशॉट ले लो इहदा। ओके मैं हुण इनू इरेज कर रहा इधरों। ਆਪਾਂ ਨੇ ਲੱਭਣਾ ਗਾ ਟਾਈਮ ਵੀ ਕਿੰਨੇ ਟਾਈਮ ਦੇ ਵਿੱਚ ਉਹ ਇੱਕ ਦੂਜੇ ਨੂੰ ਕ੍ਰਾਸ ਕਰਨਗੇ। ਹੁਣ ਜੇ ਤੁਹਾਡੇ ਯਾਦ ਹੋਵੇ ਫਾਰਮੂਲਾ ਹੁੰਦਾ ਸਪੀਡ ਦਾ ਕਿ ਸਪੀਡ ਹੁੰਦੀ ਆ ਡਿਸਟੈਂਸ ਅਪੋਨ ਟਾਈਮ, ਰਾਈਟ। ਤੇ ਆਪਾਂ ਨੇ ਹੁਣ ਇੱਥੇ ਕੁਐਸਚਨ 'ਚ ਦੇਖਣਾ ਵੀ ਸਾਨੂੰ ਕੀ ਕੁਝ ਗਿਵਨ ਆ। ਸਪੀਡ ਤਾਂ ਸਪੀਡ ਦੇਖੋ ਦੋਨਾਂ ਦੀ ਗਿਵਨ ਆ, ਇੱਕ 58 ਆ ਇੱਕ 72 ਆ, ਰਾਈਟ। ਤੇ ਆਪਾਂ ਨੇ ਜਿਹੜੀ ਇੱਥੇ ਸਪੀਡ ਯੂਜ਼ ਕਰਨੀ ਆ ਉਹ ਹੁਣ ਕਰਾਂਗੇ ਰਿਲੇਟਿਵ ਵੈਲੋਸਿਟੀ। ਤਾਂ ਰਿਲੇਟਿਵ ਸਪੀਡ ਕਿੰਨੀ ਹੋਊਗੀ? ਤਾਂ ਦੋਨਾਂ ਨੂੰ ਸਿੰਪਲੀ ਆਪਾਂ ਨੇ ਕੀ ਕਰ ਦੇਣਾਗਾ ਐਡ ਕਰ ਦੇਣਾ, ਠੀਕ ਹੈ। ਤਾਂ ਜੇ ਆਪਾਂ ਐਡ ਕਰਾਂਗੇ ਤਾਂ ਦੇਖੋ ਇਹ ਬਣ ਗਿਆ 130, 72 ਤੇ 58 ਨੂੰ ਮੈਂ ਐਡ ਕਰ ਰਿਹਾਗਾ, ਠੀਕ ਹੈ। ਤਾਂ ਇਹ ਵੈਲਿਊ ਟੋਟਲ ਬਣ ਗਈ 130। ਤਾਂ 130 किलोमीटर पर आवर होगी रिलेटिव स्पीड, क्योंकि ऑपोजिट डायरेक्शन आ इस करके प्लस किया। डिस्टेंस, ठीक है, डिस्टेंस तुसी इत्थे ना सौखा करने लिए 260 किलोमीटर ले लो, 260। तो डिस्टेंस हो गया 260। टाइम ये फाइंड आउट करना, राइट। तो देखो टी दी वैल्यू टी इधर रिप्लेस कर दो, तो टी कितना आ गया अपने को 260 डिवाइडेड बाय 130। तो ਇਹਦਾ मतलब 2 आवर्स आ गया। सो ਜਦੋਂ ਉਹ ਚੱਲਣਗੀਆਂ ਦੋਨੋਂ ਬੱਸਸ ਤਾਂ ਆਫਟਰ 2 ਆਵਰਸ ਉਹ ਇੱਕ ਦੂਜੇ ਨੂੰ ਕ੍ਰਾਸ ਕਰਨਗੀਆਂ। ਤਾਂ ਮਤਲਬ ਤੁਸੀਂ ਇਹ ਮੰਨ ਕੇ ਚੱਲਣਾ ਵੀ ਜੇ ਉਹ ਆਪਣੀ ਸਪੀਡ ਨੂੰ ਮੇਨਟੇਨ ਕਰਕੇ ਰੱਖਦੇ ਨੇ ਕਨਸਟੈਂਟਲੀ ਤਾਂ ਉਹ 2 ਆਵਰਸ ਤੋਂ ਬਾਅਦ ਇੱਕ ਦੂਜੇ ਨੂੰ ਮਿਲਣਗੇ। ਹੁਣ ਇਹਦਾ ਸੈਕਿੰਡ ਪਾਰਟ ਕੀ ਆ? what is the distance covered by both in that time? ठीक है, तो दोनों ने उसे टाइम दे विच कितना डिस्टेंस कवर किया। हुण तुसीं आप देखो टाइम तुहानूं पता लग गया भी जदों नूं वो एक दूजे नूं क्रॉस करनगे तां वो 2 आवर्स दे विच क्रॉस करनगे, राइट। हुण आपां ने की करना, दोनों दा डिस्टेंस कढना। तां डिस्टेंस ऑफ ए, हुण तुसीं आप सोचो डिस्टेंस किहदे इक्वल हुंदा? स्पीड इनटू टाइम। हुण ए दी स्पीड तां तुहानूं पता ही है कितनी आ, राइट। तां ए दी स्पीड कितनी आ? 72। टाइम हैगा 2 आवर्स, क्योंकि 2 घंटे अपना आंसर आया है ना। तो 72 इंटू 2 144 हो गया। सो इसका मतलब एक उदों जिहड़ा ए आ वो कितना डिस्टेंस कवर करके आऊगा? तो ए ने
144 किलोमीटर डिस्टेंस कवर किया हो। तो हुण तुसीं इत्थों बी का कैलकुलेट कर सकते हो। वैसे भी तुसीं जे कैलकुलेट करना तो बी का कितना आऊगा, वेरीफाई कर लैंदे आ। जे आपां देखिया जावे 260 टोटल डिस्टेंस सी, 144 ਉਹਦੇ ਵਿੱਚੋਂ कैलकुलेट मतलब कवर कर लिया ए ने, तो बाकी का बी ने कवर किया। ਜਿਹੜਾ ਹੁਣ ਇੱਥੋਂ आंसर आऊगा ਆਪਾਂ ਉਹ मैच करते हैं भी की वो आंसर ਸਾਡੇ इस फार्मूले के अकॉर्डिंग भी बनता। तो डिस्टेंस बाय बी कितना आऊगा, स्पीड हैगी ਉਹਦੀ 58 राइट, टाइम हाँ तो कितना आ गया बेटे अपने को 116 राइट। तो तुसी इत्थों देखो, इत्थों करके भी थोड़ा 116 आऊगा राइट। तो तुसी आप सोच लो भी ये फार्मूला सही अप्लाई होयागा, वेरीफाई भी हो गया। पर दूजी गल जिहड़ी आ भी उत्थों तुहानूं पता लग गया भी किवें रिलेटिव मोशन कंसीडरेबल हुंदा। हुण तुहानूं स्पीड वध क्यों दिखदी आ जदों एक दूजे नूं क्रॉस करन लगदे आ। तो तुसीं ये देखो भी जदों ये बसिस एक दूजे नूं क्रॉस करनगियां, जदों क्रॉस करनगियां तो वो एक दूजे नूं क्रॉस करनगियां 130 किलोमीटर पर आवर दी स्पीड नाल। मतलब क्यों, क्योंकि जो दोनों उस टाइम ते रिलेटिव आ रही ने, तो दोनों की आपस च कंपेरेबल वेलोसिटी जिहड़ी आ 130 आ। हुण तुसीं आप सोचो 130 दी स्पीड आ, ठीक है, दोनों बसेस दी 130 दी स्पीड ने डिस्टेंस कितना कवर। चलो बई करदे आपां स्टार्ट हुण दोबारा। कौन रह गया होर, ओके है ना, स्वाद खराब हो जाता सारा। कितना वधिया इंटरस्ट चल रहा सीगा, नाल दी नाल टाइम भी खत्म हो जाता ओदी। चलो कोई गल नहीं, हुण आपां अद्धा घंटा अपने कोल हैगा। ओके तो मैं तुहानूं दस रहा सीगा भी 130 किलोमीटर दी स्पीड नाल दोनों बसेस एक दूजे नूं क्रॉस करनगियां। तो तुसीं ऐ देखो भी जे दोनों बसेस एक दूजे नूं देखण लग जाण एक दूजे नूं, तो मान लो वो 200 मीटर तो एक दूजे नूं ऑब्जर्व कर रही ने 200 मीटर। सो नाउ आई एम सेइंग 200 मीटर इंस्टेड ऑफ 260 किलोमीटर। तो तुसीं आप सोच के देखो भी 200 मीटर डिस्टेंस कवर करन लई 200 मीटर 130 दी स्पीड आ किलोमीटर पर आवर च राइट। तो जे आपां देखिया इस चीज़ नूं देखिया जावे तो तुसीं आप सोच के देखो भी ये वैल्यू जिहड़ी आ टाइम दी कितनी आऊगी। तुसीं करके देखोगे 200 मीटर मान लो डिस्टेंस आ, ठीक है, 200 मीटर डिस्टेंस। तो 200 मीटर नूं जे किलोमीटर च कन्वर्ट करना तो 0.2 किलोमीटर हो गया। स्पीड हैगी 130 किलोमीटर पर आवर। तो टाइम कितना लग गया मैनू सैकेंड च दसो, देखते हैं कन्वर्ट करना आउंदा कि नहीं। कैलकुलेटर यूज कर लो, कोई इशू नहीं। .00 कुछ आऊगा क्योंकि आवर्स दे विच आंसर आऊ तुहाडा। ਉਹਨੂੰ ਆਵਰਸ ਨੂੰ ਸੈਕਿੰਡ ਚ ਕਨਵਰਟ ਕਰਨ ਲਈ, ਠੀਕ ਹੈ, ਸਮਝ ਲਓ ਗੱਲ। ਆਵਰਸ ਨੂੰ ਸੈਕਿੰਡ ਚ ਕਨਵਰਟ ਕਰਨ ਲਈ 3600 ਦੇ ਨਾਲ ਮਲਟੀਪਲਾਈ ਕਰਨਾ ਹੁੰਦਾ, क्योंकि 1 आवर हैज 3600 seconds। तो जिन्ना थोड़ा आंसर आया कैलकुलेटर ते ओनू 3600 ना मल्टीप्लाई कर दो एंड यू विल गेट आंसर। हुण तो दस दो कितना आ गया।
72/13 अच्छा 5.53 सेकंड है ना सेकंड चाहे ना पुत्ते आंसर सर 5.54 सेकंड हाँ ਤੁਸੀਂ ਹੁਣ ਆਪ ਸੋਚੋ ਦੋਨੋਂ ਬੱਸਸ ਜਦੋਂ ਇੱਕ ਦੂਜੇ ਨੂੰ ਕ੍ਰਾਸ ਕਰ ਰਹੀਆਂ ਨੇ ਤਾਂ ਉਹ ਇੱਕ ਦੂਜੇ ਦੇ 5.5 ਸੈਕਿੰਡ ਦੇ ਵਿੱਚ ਨੇੜੇ ਆ ਜਾਣਗੀਆਂ ਤਾਂ ਲੱਗਣਗੀਆਂ ਨਾ ਵੀ ਇੱਕ ਦੂਜੇ ਨੂੰ ਕ੍ਰਾਸ ਕਰਨ ਲਈ ਉਹਨਾਂ ਨੂੰ ਕਿੰਨਾ ਘੱਟ ਟਾਈਮ ਲੱਗਿਆ ਤਾਂ ਜਦੋਂ 5 ਸੈਕਿੰਡ ਦੀ ਗੱਲ ਕਰੀਏ 200 ਮੀਟਰ ਦਾ ਡਿਸਟੈਂਸ ਆ 200 ਮੀਟਰ ਫਿਰ ਵੀ ਦੇਖਿਆ ਜਾਵੇ ਤਾਂ 200 ਮੀਟਰ ਕਾਫੀ ਡਿਸਟੈਂਸ ਆ ਹਨਾ ਤਾਂ 200 ਮੀਟਰ ਡਿਸਟੈਂਸ ਕਵਰ ਕਰਨ ਨੂੰ ਉਹਨਾਂ ਨੂੰ 5.5 ਸੈਕਿੰਡ ਲੱਗੇ ਤਾਂ ਜਦੋਂ ਉਹ ਬਿਲਕੁਲ ਇੱਕ ਦੂਜੇ ਦੇ ਨੇੜੇ ਆ ਗਈਆਂ ਹੁਣ ਦੇਖੋ ਆ ਵੀ ਚੀਜ਼ ਨੂੰ ਸਮਝਿਓ ਕਿਉਂਕਿ ਇੱਥੇ ਅਗਲਾ ਕੁਐਸਚਨ ਸ਼ੁਰੂ ਹੋਣਾ ਹੁਣ ਦੋ ਬੱਸਸ ਨੇ ਰਾਈਟ ਹੁਣ ਆ ਬੱਸ ਆ ਜਿਹੜੀ ਇਹਦੀ ਲੈਂਥ ਕੋਈ ਤਾਂ ਲੈਂਥ ਹੋਊਗੀ ਬੱਸ ਦੀ ਇਹਦੀ ਵੀ ਲੈਂਥ ਹੁੰਦੀ ਆ ਰਾਈਟ ਦੋਨਾਂ ਦੀ ਆਪਣੀ ਲੈਂਥ ਹੁੰਦੀ ਆ ਹੁਣ ਜਦੋਂ ਇੱਕ ਦੂਜੇ ਦੇ ਨੇੜੇ ਆਈਆਂ ਤਾਂ ਜਿਹੜਾ ਡਰਾਈਵਰ ਬੈਠਾਗਾ ਉਹਨੂੰ ਤਾਂ ਪਹਿਲਾਂ ਇੱਕ ਦੂਜੇ ਨੂੰ ਆਬਜ਼ਰਵ ਹੋਊਗਾ ਤੇ ਜਿਹੜੀ ਪੈਸੇਂਜਰ ਨੇ ਇੱਥੇ ਬੈਠਾ ਇੱਕ ਪੈਸੇਂਜਰ ਤੇ ਇੱਥੇ ਬੈਠਾ ਪੈਸੇਂਜਰ ਉਹਨਾਂ ਨੂੰ ਉਹ ਸਪੀਡ ਬਾਅਦ ਚੋਂ ਦਿਖੂਗੀ ਠੀਕ ਹੈ ਨਾ ਫਿਜ਼ਿਕਸ ਇਹਦੇ ਪਿੱਛੇ ਹੁਣ ਤੁਸੀਂ ਦੇਖੋ ਜਿਹੜਾ ਡਰਾਈਵਰ ਆ ਉਹਨੂੰ ਸਭ ਤੋਂ ਪਹਿਲਾਂ ਆਬਜ਼ਰਵ ਹੋਊਗਾ ਵੀ ਬਹੁਤ ਫਾਸਟ ਆ ਪਰ ਜਿਵੇਂ ਜਿਵੇਂ ਤੁਸੀਂ ਪੈਸੇਂਜਰ ਦੇ ਟੂਵਰਡਸ ਜਾਈ ਜਾਓਗੇ ਬੈਕ ਨੂੰ ਤਾਂ ਉਹਨੂੰ ਇੰਨਾ ਫੀਲ ਨਹੀਂ ਹੋਣਾ ਹਾਂ ਉਹਨੂੰ ਕਦੋਂ ਫੀਲ ਹੋਊਗਾ ਹੁਣ ਤੁਸੀਂ ਦੇਖੋ ਵੀ ਇੱਕ ਪੈਸੇਂਜਰ ਇੱਥੇ ਬੈਠੇ ਨੇ ਇੱਕ ਪੈਸੇਂਜਰ ਇੱਧਰ ਬੈਠੇ ਨੇ ਤਾਂ ਜਦੋਂ ਇਸ ਤਰ੍ਹਾਂ ਇੱਕ ਦੂਜੇ ਨੂੰ ਕ੍ਰਾਸ ਕਰਨਗੇ ਮੈਂ ਐਂ ਕਰਕੇ ਦਿਖਾਉਣਾ ਇੱਥੇ ਇੱਕ ਦੂਜੇ ਨੂੰ ਕ੍ਰਾਸ ਕਰਨਗੇ ਤੁਸੀਂ ਦੇਖੋ ਇੱਥੇ ਜਾ ਕੇ ਉਹਨਾਂ ਨੂੰ ਫੀਲ ਹੋਊਗਾ ਇਸ ਪੁਆਇੰਟ ਤੇ ਜਾ ਕੇ ਉਹ ਜਿਹੜੇ ਬੈਠੇ ਨੇ ਬਿਲਕੁਲ ਬੈਕ ਐਂਡ ਤੇ ਪੈਸੇਂਜਰ ਉਹਨਾਂ ਨੂੰ ਫੀਲ ਹੋਊਗਾ ਕਿ ਬੱਸਸ ਤੇਜ਼ ਨੇ ਠੀਕ ਹੈ ਜਦੋਂ ਬਿਗਨਿੰਗ ਆ ਉਦੋਂ ਨਹੀਂ ਫੀਲ ਹੋਣਾ ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਆਪਣੀ ਆਪਣੀ ਪੋਜੀਸ਼ਨ ਆ ਹੁਣ ਇਹਦੇ ਬੇਸ ਤੇ ਇੱਕ ਸਟੇਟਮੈਂਟ ਮੈਂ ਬੋਲ ਦਾਂਗਾ ਤੇ ਉਹ ਸਟੇਟਮੈਂਟ ਤੁਸੀਂ ਲਿਖੋ ਫਿਰ ਆਪਾਂ ਉਹਦਾ ਆਨਸਰ ਲੱਭਦੇ ਹਾਂ ਸਟੇਟਮੈਂਟ ਹੈਗੀ ਆ ट्रेन ਦੇ ਰਿਗਾਰਡਿੰਗ ਦੋ ਟ੍ਰੇਨ ਨੇ ਤਾਂ ਲਿਖੋ ਸਟੇਟਮੈਂਟ two trains are moving in opposite direction two trains are moving in opposite direction with speed 15 मीटर पर सेकेंड मैं ऑलरेडी हूँ थोनों मीटर पर सेकेंड च देता ठीक है 15 मीटर पर सेकेंड 15 एंड 10 मीटर पर सेकेंड रिस्पैक्टिवली तो एक दी स्पीड 15 आ दूजे दी स्पीड जिहड़ी आ ओहो 10 आ ठीक है 15 एंड 10 ओके द लेंथ ऑफ ट्रेन A the length of train A is 400 meter and the length of train B is 600 मीटर पहली ट्रेन दी लेंथ 400 मीटर आ दूजी ट्रेन दी लेंथ हैगी आ 600 मीटर हुण क्वेश्चन की है in what time they cross in what time they cross each other completely ठीक है किन्ने टाइम बाद ਉਹ ਇੱਕ ਦੂਸਰੇ ਨੂੰ ਕੰਪਲੀਟਲੀ ਕ੍ਰਾਸ ਕਰਨਗੀਆਂ
ਉਹ ਤੋਂ ਪਹਿਲਾਂ ਕਿ ਆਪਾਂ ਇਹ ਕੁਐਸਚਨ ਸ਼ੁਰੂ ਕਰੀਏ, ਮੈਂ ਇਹ ਤੁਸੀਂ ਕਰਨਾ ਹੋਊਗਾ, ਮੈਂ ਤੁਹਾਨੂੰ ਹਿੰਟ ਦਊਂਗਾ ਸਿਰਫ, ਠੀਕ ਹੈ। ਪਰ ਇਹਦਾ ਸਕਰੀਨਸ਼ਾਟ ਲੈ ਲਓ। ਓਕੇ, हाँ बेटे, in what time the both trains will cross completely, ठीक है, ਐਂ कह लो एक दूजे ਨੂੰ ਕਿੰਨੇ ਟਾਈਮ ਦੇ ਵਿੱਚ ਉਹ ਕ੍ਰਾਸ ਕਰਨਗੀਆਂ। मतलब ਤਾਂ ਦੋ ਟ੍ਰੇਨ ਨੇ ਜੀ, ਠੀਕ ਹੈ, ਇੱਕ ਆ ਟ੍ਰੇਨ ਆ, ਓਕੇ, ਇੱਕ ਆ ਟ੍ਰੇਨ ਆ। ਇਹਨਾਂ ਦੋਨਾਂ ਦੀ ਲੈਂਥ ਗਿਵਨ ਆ, ਇੱਕ ਦੀ ਲੈਂਥ ਹੈਗੀ ਆ 400 ਮੀਟਰ, ਇੱਕ ਦੀ ਲੈਂਥ ਹੈਗੀ ਆ 600 ਮੀਟਰ। ਦੋਨਾਂ ਦੀ ਸਾਨੂੰ ਸਪੀਡ ਦਿੱਤੀ ਆ, ਇੱਕ ਦੀ ਸਪੀਡ ਹੈਗੀ ਆ 15 ਮੀਟਰ ਪਰ ਸੈਕਿੰਡ, ਇੱਕ ਦੀ ਸਪੀਡ ਹੈਗੀ ਆ 10 ਮੀਟਰ ਪਰ ਸੈਕਿੰਡ। ਆਪੋਜ਼ਿਟ ਆ ਰਹੀਆਂ ਨੇ। ਹੁਣ ਜਦੋਂ ਦੋਨੋਂ ਇੱਕ ਦੂਜੇ ਨੂੰ ਕ੍ਰਾਸ ਕਰਨ ਲੱਗਣਗੀਆਂ ਤਾਂ ਸਟੋਰੀ ਦੇਖੋ ਕਿਵੇਂ ਆ। ਤਾਂ ਜਦੋਂ ਇੱਕ ਦੂਜੇ ਨੂੰ ਕ੍ਰਾਸ ਕਰਨ ਲੱਗਣਗੀਆਂ ਤਾਂ ਕ੍ਰਾਸ ਕਰਕੇ ਆਈ ਜਾਣਗੀਆਂ ਨਾ, ਮਤਲਬ ਪਹਿਲਾਂ ਉਹਨਾਂ ਦੋਨਾਂ ਦੇ ਇੰਜਨ ਇੱਕ ਦੂਜੇ ਨੂੰ ਕ੍ਰਾਸ ਕਰਨਗੇ, ਫਿਰ ਜਿਹੜੀਆਂ ਬੋਗੀਜ਼ ਨੇ ਤਾਂ ਇਸ ਤਰ੍ਹਾਂ ਜਾਣਗੀਆਂ। ਹੁਣ ਜਦੋਂ ਇੱਥੇ ਪਹੁੰਚ ਗਈਆਂ ਤਾਂ ਇਹਦਾ ਮਤਲਬ ਇੱਥੇ ਜਾ ਕੇ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਵੀ ਉਹ ਇੱਕ ਦੂਜੇ ਨੂੰ ਕ੍ਰਾਸ ਕਰ ਗਈਆਂ, ਰਾਈਟ, ਦੇ ਆਰ ਕ੍ਰਾਸਿੰਗ ਈਚ ਅਦਰ। ਹੁਣ ਜਦੋਂ ਆਪਾਂ ਅੱਗੇ ਜਾ ਰਹੇ ਹਾਂ ਤਾਂ ਦੇਖੋ ਇਸ ਤਰ੍ਹਾਂ, ਹੁਣ ਜਾ ਕੇ ਉਹ ਇੱਕ ਦੂਜੇ ਨੂੰ ਕ੍ਰਾਸ ਕਰਨਗੀਆਂ, ਰਾਈਟ। ਤਾਂ ਕੰਪਲੀਟਲੀ ਇੱਕ ਦੂਜੇ ਨੂੰ ਕ੍ਰਾਸ ਕਰਨਗੀਆਂ ਜਦੋਂ, ਤਾਂ ਤੁਸੀਂ ਇਹ ਦੇਖਣਾ ਹੁਣ ਇਹਦੇ ਵਿੱਚ ਜਾਨੀ ਕਿ ਕਨਸੈਪਟ ਕੀ ਆ। ਕਨਸੈਪਟ ਇਹ ਹੈਗਾ ਵੀ ਇੱਕ ਟ੍ਰੇਨ ਨੇ ਆਪਣਾ ਪੂਰਾ ਡਿਸਟੈਂਸ ਕਵਰ ਕਰ ਜਾਣਾ, ਦੇਖੋ ਲੈਂਥ, ਰਾਈਟ, ਇੱਧਰ ਨੂੰ ਗਈ ਆ। ਦੂਜੀ ਟ੍ਰੇਨ ਜਿਹੜੀ ਆ ਉਹ ਇੱਧਰ ਨੂੰ ਗਈ ਆ। ਤਾਂ ਦੋਨੋਂ ਟ੍ਰੇਨ ਜਦੋਂ ਇੱਕ ਦੂਜੇ ਨੂੰ ਕ੍ਰਾਸ ਕਰਨਗੀਆਂ ਤਾਂ ਦੋਨਾਂ ਦੀ ਲੈਂਥ ਐਡ ਹੋ ਜੂ ਇਸ ਤਰ੍ਹਾਂ। ਆ ਇੱਕ ਟ੍ਰੇਨ ਹੋ ਗਈ, ਆ ਦੂਜੀ ਟ੍ਰੇਨ ਹੋ ਗਈ। ਤਾਂ ਜਦੋਂ ਦੋਨਾਂ ਦੀ ਲੈਂਥ ਇੱਕ ਦੂਜੇ ਨੂੰ ਕ੍ਰਾਸ ਕਰ ਗਈ ਪ੍ਰੋਪਰ, ਤਾਂ ਇਹਦਾ ਮਤਲਬ ਦੋਨਾਂ ਦੇ ਇੰਜਨ ਨੇ, ਆ ਇੰਜਨ ਨੇ ਥੰਮ ਜਿਹੜੇ ਮੇਰੇ, ਤਾਂ ਦੋਨਾਂ ਨੇ ਕਿੰਨਾ ਡਿਸਟੈਂਸ ਕਵਰ ਕੀਤਾ ਤੁਸੀਂ ਸੋਚੋ। ਤਾਂ ਇੱਕ 400 ਮੀਟਰ ਕਵਰ ਕਰ ਜੂਗੀ, ਦੂਜੀ 600 ਮੀਟਰ ਡਿਸਟੈਂਸ ਕਵਰ ਕਰ ਜੂ। ਤਾਂ ਜਿਹੜਾ 400 ਮੀਟਰ ਤੇ 600 ਮੀਟਰ ਡਿਸਟੈਂਸ ਕਵਰ ਕੀਤਾ ਤਾਂ ਟੋਟਲ ਡਿਸਟੈਂਸ ਇਜ਼ ਅ ਸਕੇਲਰ ਕੁਆਂਟੀਟੀ, ਰਾਈਟ। ਤਾਂ ਡਿਸਟੈਂਸ ਤਾਂ ਕਦੇ ਸਬਟ੍ਰੈਕਟ ਨਹੀਂ ਹੋ ਸਕਦਾ, ਡਾਇਰੈਕਸ਼ਨ ਦੇ ਅਕੋਰਡਿੰਗ ਯੂਜ਼ ਨਹੀਂ ਕਰਨਾ। ਤਾਂ ਦੋਨੋਂ ਡਿਸਟੈਂਸ ਐਡ ਹੋ ਜਾਣਗੇ। ਤਾਂ ਇਹਦਾ ਮਤਲਬ ਇੱਥੇ ਬਸ ਕੁਐਸਚਨ ਦੇ ਕਨਸੈਪਟ ਹੀ ਅਪਲਾਈ ਕਰਨਾ ਸੀ ਵੀ ਜਿਹੜਾ ਡਿਸਟੈਂਸ ਦੋਨਾਂ ਨੇ ਕਵਰ ਕੀਤਾ ਉਹ ਕੈਲਕੂਲੇਟ ਕਰਕੇ ਐਡ ਕਰ ਦੇਣਾ ਸੀ ਬਸ। ਤੇ ਕਿੰਨਾ ਹੋਣਾ ਸੀ ਉਹ ਡਿਸਟੈਂਸ ਸਾਡੇ ਕੋਲ, ਉਹ ਹੋ ਜਾਊਗਾ 400 + 600, ਠੀਕ ਹੈ। ਤਾਂ ਇਹਦਾ ਮਤਲਬ ਡਿਸਟੈਂਸ ਕਵਰਡ ਕਿੰਨਾ ਹੋ ਗਿਆ, ਦੋਨੇ ਜਦੋਂ ਇੱਕ ਦੂਜੇ ਨੂੰ ਕੰਪਲੀਟ ਕ੍ਰਾਸ ਕਰਨਗੀਆਂ ਤਾਂ ਤੁਸੀਂ ਇੱਥੇ ਪਹਿਲੇ ਦਾ ਡਿਸਟੈਂਸ ਤੇ ਦੂਜੇ ਦਾ ਡਿਸਟੈਂਸ ਐਡ ਕਰ ਦੇਣਾ, ਠੀਕ ਹੈ। ਸਪੀਡ ਤੁਹਾਨੂੰ ਪਤਾ ਦੋਨਾਂ ਦੀ, ਰਾਈਟ। ਤਾਂ ਰਿਲੇਟਿਵ ਵੈਲੋਸਿਟੀ ਅਪਲਾਈ ਕਰੋ ਜਿਵੇਂ ਪਹਿਲੇ ਕੁਐਸਚਨ 'ਚ ਕੀਤਾ ਸੀ, ਤੇ ਮੈਨੂੰ ਦੱਸੋ ਕਿੰਨੇ ਟਾਈਮ ਬਾਅਦ ਕ੍ਰਾਸ ਕਰਨਗੀਆਂ। ਵਾਹ, ਥੈਂਕ ਯੂ ਬੇਟੇ, ਥੈਂਕ ਯੂ, ਵਾਹ ਵਾਹ ਵਾਹ। ਗੁਰਪ੍ਰੀਤ ਫੱਟੇ ਚੱਕੀ ਜਾਣਾ ਪੁੱਤ, ਬਾਕੀ ਬੱਚੇ ਵੀ ਕਰ ਦੋ ਭਾਈ। ਇਹ ਪੁੱਤ ਨੇ ਪਹਿਲਾਂ ਕਰਤਾ ਕੁਐਸਚਨ। ਅੱਛਾ ਕਿਰਨ ਨੇ ਤੂੰ ਕਰਤਾ ਪਹਿਲਾਂ, ਵੈਰੀ ਗੁੱਡ, ਦੋ ਬੱਚਿਆਂ ਨੇ ਕਰਤਾ ਵੀ, ਸ਼ਾਬਾਸ਼। ਖੱਟੜਾ ਸਾਹਿਬ, ਲਵਪ੍ਰੀਤ ਜੀ ਜਾਗਦੇ ਕਿ ਸੁੱਤੇ? ਇਹ ਵਿਚਾਰੇ ਧੰਨੇ ਮੈਨੂੰ ਸੁਣੀ ਗਏ। ਉਹ ਸਟੋਰੀ ਨਹੀਂ ਹੈਗੀ ਚਲਾਕ ਲੂੰਬੜੀ ਵਾਲੀ, ਉਹ ਸਹੀ ਆ, ਲੂੰਬੜੀਆਂ ਬਾਕੀ ਚਲਾਕ ਹੁੰਦੀਆਂ ਨੇ। ਦੇਖੋ ਨਾ ਫਰਕ ਕਿੰਨਾ ਹਿੰਦੀ ਤੇ ਪੰਜਾਬੀ ਦਾ। ਪੰਜਾਬੀ 'ਚ ਆਪਾਂ ਕਹਿੰਦੇ ਲੂੰਬੜੀ ਤੇ ਹਿੰਦੀ 'ਚ ਕਹਿੰਦੇ ਲੋਂਬੜੀ। ਆ ਗਿਆ ਬੇਟੇ 40 ਸੈਕਿੰਡ ਆंसर। ਕਰਨ ਤੇ ਲਵਪ੍ਰੀਤ, ਯੈਸ ਸਰ, ਓਕੇ ਬੇਟੇ, ਠੀਕ ਹੈ।
ਤਾਂ ਇਸ ਤਰ੍ਹਾਂ ਇਹ ਕਨਸੈਪਟ ਸੀਗਾ, ਠੀਕ ਹੈ, ਰਿਲੇਟਿਵ ਵੈਲੋਸਿਟੀ ਦਾ। ਹੁਣ ਇਹ ਜਿਹੜਾ ਰਿਲੇਟਿਵ ਵੈਲੋਸਿਟੀ ਦਾ ਆਪਾਂ ਕਨਸੈਪਟ ਇਹ ਕੀਤਾ, ਇਹਦੇ ਵਿੱਚ ਨਾ ਇਹ ਤਾਂ ਸੀਗਾ ਸਾਡੇ ਕੋਲ ਜਦੋਂ ਡਾਇਰੈਕਸ਼ਨ ਹੈਗੀ ਆ ਆਪੋਜ਼ਿਟ। ਹੁਣ ਜੇ ਡਾਇਰੈਕਸ਼ਨ ਹੈਗੀ ਆ ਸੇਮ, ਹੁਣ ਆਪਾਂ ਉਹਦੇ ਵੱਲ ਚੱਲਣਾ, ਤੇ ਉਹਦੇ ਵਿੱਚ ਕੁਐਸਚਨ ਹੋਊਗਾ ਵੀ ਦੋ ਵਹੀਕਲ ਨੇ ਜਿਹੜੇ ਉਹ ਸੇਮ ਡਾਇਰੈਕਸ਼ਨ 'ਚ ਜਾ ਰਹੇ ਨੇ, ਇੱਕ ਵਹੀਕਲ ਦੂਜੇ ਨੂੰ ਕਿੰਨੇ ਟਾਈਮ ਬਾਅਦ ਕ੍ਰਾਸ ਕਰੂਗਾ। ਵੈਸੇ ਤਾਂ ਓਵਰਟੇਕ ਨਹੀਂ ਕਰਨਾ ਹੁੰਦਾ, ਓਵਰਟੇਕ ਇਜ਼ ਲॉलेस, ਹੈ ਨਾ, ਆਪਾਂ ਮੰਨਦੇ ਆ, ਪਰ ਆਪਾਂ ਨੂੰ ਵੀ ਆਪਾਂ ਇੰਡੀਆ 'ਚ ਰਹਿੰਦੇ ਆ ਤਾਂ ਓਵਰਟੇਕਿੰਗ ਈਜ਼ੀਲੀ ਪੋਸੀਬਲ ਆ, ਇੱਕ ਦੂਜੇ ਨੂੰ ਆਪਾਂ ਓਵਰਟੇਕ ਕਰਦੇ ਆ। ਤਾਂ ਓਵਰਟੇਕ ਕਰਨ ਵਾਲਾ ਜਿਹੜਾ ਕਨਸੈਪਟ ਆ ਹੁਣ ਉਹ ਯੂਜ਼ ਕਰਨਾ ਆਪਾਂ। ਤਾਂ ਹੁਣ ਜੇ ਵੈਲੋਸਿਟੀ ਹੋਵੇ ਸੇਮ ਡਾਇਰੈਕਸ਼ਨ 'ਚ, ਹੁਣ ਆਪਣੇ ਆਪ ਨੂੰ ਇਸ ਸਟੋਰੀ ਤੇ ਲੈ ਕੇ ਚੱਲਣਾ ਆਪਾਂ ਕਿ ਜੇ ਡਾਇਰੈਕਸ਼ਨ ਸੇਮ ਆ, ਹੁਣ ਤੁਸੀਂ ਇਹ ਸੋਚੋ ਵੀ ਤੁਸੀਂ ਇੱਕ ਵਹੀਕਲ 'ਚ ਬੈਠੇ ਹੋ, ਠੀਕ ਹੈ, ਚਾਹੇ ਤੁਸੀਂ ਸਕੂਟਰ ਤੇ ਹੋ, ਚਾਹੇ ਤੁਸੀਂ ਕਾਰ 'ਚੋਂ, ਚਾਹੇ ਤੁਸੀਂ ਬੱਸ 'ਚੋਂ, ਤੁਸੀਂ ਜਾ ਰਹੇ ਹੋ, ਠੀਕ ਹੈ, ਤੁਸੀਂ ਇੱਕ ਵਹੀਕਲ ਨੂੰ, ਇੱਕ ਵਹੀਕਲ ਆ, ਤੁਸੀਂ ਇਹਨੂੰ ਕ੍ਰਾਸ ਕਰਨਾਗਾ, ਠੀਕ ਹੈ, ਯਾਨੀ ਕਿ ਓਵਰਟੇਕ ਕਰਕੇ ਲੰਘਣਾ। ਹੁਣ ਤੁਸੀਂ ਆਪ ਸੋਚੋ, ਜਦੋਂ ਹੁਣ ਤੁਸੀਂ ਓਵਰਟੇਕ ਕਰ ਰਹੇ ਹੋ, ਉਸ ਮੋਮੈਂਟ ਤੇ ਜਦੋਂ ਤੁਸੀਂ ਉਹਨੂੰ ਦੇਖੋਗੇ ਵਹੀਕਲ ਨੂੰ, ਤਾਂ ਤੁਹਾਨੂੰ ਉਹ ਵਹੀਕਲ ਜਿਹੜਾ ਗਾ ਉਹ ਫਾਸਟ ਨਹੀਂ ਲੱਗੂਗਾ, ਉਹ ਉਵੇਂ ਨਹੀਂ ਲੱਗੂਗਾ ਜਿਵੇਂ ਆਪੋਜ਼ਿਟ ਡਾਇਰੈਕਸ਼ਨ 'ਚ ਕ੍ਰਾਸ ਕਰਨ ਲੱਗੇ ਲੱਗਿਆ। ਜਦੋਂ ਤਾਂ ਵਹੀਕਲ ਤੁਹਾਡੇ ਸਾਹਮਣੇ ਆ ਰਿਹਾਗਾ, ਫਿਰ ਤਾਂ ਤੁਹਾਨੂੰ ਲੱਗਦਾਗਾ ਵੀ ਬਹੁਤ ਫਾਸਟ ਆ, ਪਰ ਜੇ ਉਹੀ ਵਹੀਕਲ ਨੂੰ ਤੁਸੀਂ ਓਵਰਟੇਕ ਕਰ ਰਹੇ ਹੋ, ਯਾਨੀ ਕਿ ਡਾਇਰੈਕਸ਼ਨ ਸੇਮ ਆ, ਤਾਂ ਤੁਹਾਨੂੰ ਉਹ ਬਹੁਤ ਸਲੋ ਲੱਗਦਾਗਾ। ਟਰੂ ਆ ਨਾ ਗੱਲ ਇਹ? ਤਾਂ ਤੁਸੀਂ ਈਜ਼ੀਲੀ ਉਹਨੂੰ ਜਦੋਂ ਕ੍ਰਾਸ ਕਰ ਰਹੇ ਹੁੰਦੇ ਹੋ, ਤਾਂ ਜੇ ਉਹ ਵਹੀਕਲ ਚੱਲ ਰਿਹਾਗਾ, ਜੇ ਉਹ ਰੁਕਿਆ ਹੋਇਆ ਫਿਰ ਅਲੱਗ ਸਟੋਰੀ ਆ, ਉਹਦਾ ਬਾਅਦ ਚ ਡਿਸਕਸ ਕਰਾਂਗੇ। ਪਰ ਜਦੋਂ ਵਹੀਕਲ ਜਾ ਰਿਹਾਗਾ, ਤੁਸੀਂ ਉਹਨੂੰ ਓਵਰਟੇਕ ਕਰ ਰਹੇ ਹੋ, ਤਾਂ ਤੁਸੀਂ ਦੇਖੋ ਐਂ ਓਵਰਟੇਕ ਕਰੋਗੇ ਉਹਨੂੰ, ਤਾਂ ਇਸ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਉਹਦੀ ਵੈਲੋਸਿਟੀ ਕਿੰਨੀ ਲੱਗੂਗੀ, ਤੁਹਾਡੀ ਵੈਲੋਸਿਟੀ ਕਿੰਨੀ ਲੱਗੂਗੀ, ਇਹ ਕੁਐਸਚਨ ਆ, ਠੀਕ ਹੈ। ਤਾਂ ਇਸ ਦੇ ਬੇਸ ਤੇ ਹੁਣ ਇਹ ਕਨਸੈਪਟ ਜਿਹੜਾ ਕਰਨਾ ਆਪਾਂ, ਤਾਂ ਉਹਦੇ ਲਈ ਜਦੋਂ ਡਾਇਰੈਕਸ਼ਨ ਸੇਮ ਹੋਵੇ, ਤਾਂ ਜੇ ਦੋ ਵਹੀਕਲ ਸੇਮ ਡਾਇਰੈਕਸ਼ਨ 'ਚ ਜਾ ਰਹੇ ਹੋਣ, ਇੱਕ ਦੀ ਵੈਲੋਸਿਟੀ ਆ A, ਦੂਜੇ ਦੀ ਵੈਲੋਸਿਟੀ ਆ B, ਠੀਕ ਹੈ, ਐਂਡ ਦੇ ਆਰ ਮੂਵਿੰਗ ਇਨ ਦ ਸੇਮ ਡਾਇਰੈਕਸ਼ਨ, ਤਾਂ ਇੱਥੇ ਕੀ ਕਰਨਾ, ਬਸ ਆਪਾਂ ਨੇ ਮਾਈਨਸ ਹੀ ਰੱਖਣਾਗਾ। ਕਿਉਂ? ਡਾਇਰੈਕਸ਼ਨ ਦਾ ਯਾਦ ਕਰੋ, ਰਿਲੇਟਿਵ ਵੈਲੋਸਿਟੀ 'ਚ ਮੈਂ ਤੁਹਾਨੂੰ ਕਿਹਾ ਸੀ ਵੀ ਰਿਲੇਟਿਵ ਵੈਲੋਸਿਟੀ ਜਦੋਂ ਅਪਲਾਈ ਕਰਨੀ ਆ ਤਾਂ ਮਾਈਨਸ ਸਾਈਨ ਤਾਂ ਆਊਗਾ ਇੱਕ ਫਾਰਮੂਲੇ ਦਾ। ਜਿਹੜਾ ਇੱਕ ਹੋਰ ਮਾਈਨਸ ਸਾਈਨ ਆਇਆ ਸੀ B ਦੇ ਨਾਲ, ਉਹ ਸੀਗਾ ਆਪੋਜ਼ਿਟ ਡਾਇਰੈਕਸ਼ਨ ਦਾ। ਤਾਂ ਹੁਣ ਡਾਇਰੈਕਸ਼ਨ ਆਪੋਜ਼ਿਟ ਹੈ ਨਹੀਂ, ਦੇ ਆਰ ਬੋਥ ਇਨ ਦ ਸੇਮ ਡਾਇਰੈਕਸ਼ਨ। ਤਾਂ ਜੇ ਤੁਸੀਂ ਇੱਥੇ ਕੈਲਕੂਲੇਟ ਕਰਦੇ ਹੋ ਰਿਲੇਟਿਵ velocity of A with respect to B, ਆਹ ਚੀਜ਼ ਨੂੰ ਪਲੀਜ਼ ਸਮਝ ਲਿਓ ਧਿਆਨ ਨਾਲ, ਕਿਉਂਕਿ ਜਿਵੇਂ ਲਿਖਿਆਗਾ ਆਪਾਂ ਉਵੇਂ ਇਹਨੂੰ ਹੱਲ ਕਰਨਾ, ਠੀਕ ਹੈ। ਤਾਂ A with respect to B, ਤਾਂ ਜਿਹੜਾ ਪਹਿਲਾਂ ਲਿਖਿਆਗਾ A ਕਿੱਧਰ ਗਿਆ, A, ਠੀਕ ਹੈ, ਉਹਨੂੰ ਆਪਾਂ ਇੱਥੇ ਵੀ ਪਹਿਲਾਂ ਹੀ ਲਿਖਾਂਗੇ A, ਠੀਕ ਹੈ। ਜਿਹੜਾ B ਆ ਮਾਈਨਸ ਪਾ ਕੇ B, ਓਕੇ, ਤੇ ਨਾਲ ਇਹਦੇ ਡਾਇਰੈਕਸ਼ਨ ਆ ਜੂਗੀ ਜੇ ਆਪਾਂ ਵੈਲੋਸਿਟੀ ਜੋ ਵੀ ਕੈਲਕੂਲੇਟ ਕਰ ਰਹੇ ਹਾਂ, ਜਿਹੜੀ ਉਹਦੀ ਡਾਇਰੈਕਸ਼ਨ ਹੋਊਗੀ। ਤਾਂ ਜੇ ਹੁਣ ਇਹਦੀ ਥਾਂ ਤੇ ਹੁੰਦਾ ਵੀ ਰਿਲੇਟਿਵ ਵੈਲੋਸਿਟੀ ਆਫ B ਵਿਦ ਰਿਸਪੈਕਟ ਟੂ A, ਤਾਂ ਆਪਾਂ B ਦੇ ਵਿੱਚੋਂ A ਨੂੰ ਘਟਾ ਦੇਣਾ ਸੀ। ਮਤਲਬ ਜਿਹੜਾ ਪਹਿਲਾਂ ਲਿਖਿਆ ਗਿਆ ਇੱਥੇ, ਠੀਕ ਹੈ, ਉਹਦੇ ਵਿੱਚੋਂ ਦੂਜੀ ਵੈਲਿਊ ਨੂੰ ਸਬਟਰੈਕਟ ਕਰਨਾ, ਬਸ ਇੰਨਾ ਹੀ ਕੰਮ ਆ। ਸਮਝ ਗਏ ਗੱਲ? ਤਾਂ ਹੁਣ ਦੋ ਵਹੀਕਲ ਨੇ, ਓਵਰਟੇਕ ਕਰਨ ਦੇ ਲਈ ਤੁਸੀਂ ਆਪ ਸੋਚੋ, ਇਹਨੂੰ ਜੇ ਤੁਸੀਂ ਓਵਰਟੇਕ ਕਰ ਰਹੇ ਹੋ ਤਾਂ ਇਹਨੂੰ ਓਵਰਟੇਕ ਕਰਨ ਲਈ ਤੁਹਾਡੀ ਸਪੀਡ ਜ਼ਿਆਦਾ ਹੋਣੀ ਚਾਹੀਦੀ ਹੈ, ਤਾਂ ਹੀ ਓਵਰਟੇਕ ਹੋਊਗਾ। ਤਾਂ ਆਹ ਸਪੀਡ ਹੋਗੀ 72 ਕਿਲੋਮੀਟਰ ਪਰ ਆਵਰ, ਠੀਕ ਹੈ। ਆਹ ਸਪੀਡ ਤੁਸੀਂ ਲੈ ਲਓ 54 ਕਿਲੋਮੀਟਰ ਪਰ ਆਵਰ, ਠੀਕ ਹੈ। ਤਾਂ ਹੁਣ ਜਦੋਂ ਤੁਸੀਂ ਉਹਨੂੰ ਓਵਰਟੇਕ ਕਰਨਾ, ਤਾਂ ਮੰਨ ਲਓ ਤੁਸੀਂ ਪ੍ਰੈਡਿਕਟ ਕਰ ਲਿਆ ਵੀ ਉਹ ਵਹੀਕਲ ਜਾ ਰਿਹਾ, ਤਾਂ ਇਹਦਾ ਮਤਲਬ ਤੁਸੀਂ ਕੋਈ ਨਾ ਕੋਈ ਤਾਂ ਡਿਸਟੈਂਸ ਮੰਨ ਕੇ ਚੱਲੇ ਹੋਵੋਗੇ, ਰਾਈਟ।
ਵੀ ਕਿੰਨਾ ਆਈਡੀਆ ਲੈ ਕੇ ਚੱਲੇ ਹੋਗੇ ਵੀ ਓਵਰਟੇਕ ਕਰਨਾ ਮੈਂ ਇੰਨੀ ਸਪੀਡ ਰੱਖਣੀ ਆ। ਓਵਰਟੇਕ ਤਾਂ ਹੀ ਹੋਊਗਾ ਡਰਾਈਵਰ ਜਿਹੜਾ ਡਰਾਈਵ ਕਰ ਰਿਹਾ ਹੈਗਾ ਉਹਨੂੰ ਪਤਾ ਹੈਗਾ ਇਸ ਚੀਜ਼ ਦਾ। ਹਾਂ ਜੇ ਉਹਨੂੰ ਆਈ ਨਹੀਂ ਪਤਾ ਵੀ ਮੈਂ ਓਵਰਟੇਕ ਕਿੰਨੀ ਸਪੀਡ ਨਾਲ ਕਰਨਾ ਤਾਂ ਫਿਰ ਤਾਂ ਬੇਟੇ ਉਹ ਡਰਾਈਵਰ ਵੀ ਨਹੀਂ, ਰਾਈਟ, ਆਈਡੀਓਲੋਜੀ ਨਹੀਂ ਹੈਗੀ, ਮਤਲਬ ਉੱਥੇ ਅਪਲਾਈ ਨਹੀਂ ਹੁੰਦੇ ਫਿਰ ਫਾਰਮੂਲੇ। ਤਾਂ ਹੁਣ ਇਹਨਾਂ ਦੋਨਾਂ ਦੇ ਬਿਟਵੀਨ ਠੀਕ ਹੈ ਗੈਪ ਆ, ਡਿਸਟੈਂਸ ਆ। ਤਾਂ ਤੁਸੀਂ ਮੰਨ ਲਓ ਆਪਾਂ ਇਸ ਕੁਐਸਚਨ ਨੂੰ ਲੈ ਕੇ ਚੱਲਦੇ ਹਾਂ ਵੀ ਉਹ ਗੈਪ ਜਿਹੜਾ ਹੈਗਾ ਉਹ ਗੈਪ ਹੈਗਾ ਸਾਡੇ ਕੋਲ 300 ਮੀਟਰ, ਠੀਕ ਹੈ 300 ਮੀਟਰ ਇਜ਼ ਦ ਗੈਪ। ਯਾਨੀ ਕਿ ਜਦੋਂ ਦੇਖਿਆ ਉਹਨੇ A ਨੇ ਕਿ B ਨੂੰ ਮੈਂ ਓਵਰਟੇਕ ਕਰਨਾ ਤਾਂ ਉਸ ਟਾਈਮ ਉਹਨਾਂ 'ਚ ਗੈਪ 300 ਮੀਟਰ ਸੀ। ਤਾਂ ਦੱਸੋ ਕਿੰਨੇ ਟਾਈਮ ਬਾਅਦ A B ਨੂੰ ਓਵਰਟੇਕ ਕਰ ਜੂਗਾ, ਠੀਕ ਹੈ ਨਾ। ਸੋ ਇਨ what time A cross B, ਠੀਕ ਹੈ। ਹੁਣ ਇੱਥੇ ਜਿਹੜੀ ਗੱਲ ਚੱਲੀ ਆ ਉਹਦੇ ਵਿੱਚ ਤੁਸੀਂ ਲੈਂਥ ਜਿਹੜੀ ਵਹੀਕਲ ਦੀ ਲੈਂਥ ਆ ਉਹ ਮੰਨ ਕੇ ਨਹੀਂ ਚੱਲਦੇ। ਜਿਵੇਂ ਟ੍ਰੇਨ ਦੇ ਵਿੱਚ ਤਾਂ ਆਪਾਂ ਮੰਨਿਆ ਸੀ ਨਾ, ਤਾਂ ਦੇਖੋ ਟ੍ਰੇਨ ਲੰਬੀ ਆ ਉੱਥੇ ਉਹਦੀ ਲੈਂਥ ਮੰਨਣੀ ਸੀ, ਪਰ ਇੱਥੇ ਤੁਸੀਂ ਉਹਦੀ ਲੈਂਥ ਨਹੀਂ ਮੰਨਣੀ, ਠੀਕ ਹੈ। ਵਹੀਕਲ ਦੀ ਲੈਂਥ ਨਹੀਂ ਮੰਨਣੀ ਜਦੋਂ ਤੱਕ ਤੁਹਾਨੂੰ ਉਹ ਨਹੀਂ ਮੈਂਸ਼ਨ ਕਰਦਾ। ਹਾਂ ਜੇ ਉਹਨੇ ਕਹਿਤਾ ਵੀ ਵਹੀਕਲ ਦੀ ਇੰਨੀ ਲੈਂਥ ਆ ਤੇ ਉਹ ਵਹੀਕਲ ਦੀ ਇੰਨੀ ਲੈਂਥ ਆ, ਫਿਰ ਤੁਹਾਨੂੰ ਉਹ ਲੈਂਥ ਵੀ ਨਾਲ ਇਨਕਲੂਡ ਕਰਨੀ ਪਊ, ਠੀਕ ਹੈ। ਉਹਦੇ ਬਾਰੇ ਵੀ ਮੈਂ ਇਹ ਤੋਂ ਬਾਅਦ ਚੋਂ ਡਿਸਕਸ ਕਰੂੰਗਾ, ਪਰ ਪਹਿਲਾਂ ਤੁਸੀਂ ਦੇਖੋ ਵੀ A cross B ਦਾ ਟਾਈਮ ਕੀ ਹੋਊਗਾ। ਤਾਂ ਫਾਰਮੂਲਾ ਉਹੀ ਹੈ ਜੀ, ਸਿਰਫ ਰਿਲੇਟਿਵ ਸਪੀਡ ਜਿਹੜੀ ਆ ਤੁਸੀਂ ਇਸ ਤਰ੍ਹਾਂ ਕੱਢ ਲੈਣੀ ਆ। ਤਾਂ ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ। ਡਿਸਟੈਂਸ ਤੁਹਾਨੂੰ ਦਿੱਤਾ ਹੈਗਾ 60 ਸੈਕਿੰਡ ਆ ਗਏ ਬੇਟੇ, ਓਕੇ। ਹਾਂਜੀ ਬੇਟੇ ਬਾਕੀ ਦੇ ਬੋਲੋ ਬੇਟੇ। 16 ਅੱਛਾ 16.66 ਓਕੇ ਠੀਕ ਹੈ, ਕਰ ਲਓ ਬੇਟੇ ਬਾਕੀ ਦੇ ਵੀ। ਤਾਂ ਕਿੰਨਾ ਟਾਈਮ ਦੇਖੋ ਕ੍ਰਾਸ ਕਰਨ ਨੂੰ ਲੱਗਿਆ। सर 16.6 ਠੀਕ ਹੈ ਬੇਟੇ, ਗੁੱਡ, ਥੈਂਕ ਯੂ ਬੇਟੇ। ਓਕੇ ਹੁਣ ਇਹ ਜਿਹੜੇ ਕਨਸੈਪਟ ਆਪਾਂ ਕੀਤੇ ਨੇ ਨਾ ਤੁਹਾਨੂੰ ਦੇਖਣ ਨੂੰ ਲੱਗਦੇ ਹੋਣਗੇ ਵੀ ਇਹ ਤਾਂ ਸੌਖੇ ਬਹੁਤ ਨੇ ਹਨਾ ਵੀ ਆਈ। ਹੁਣ ਇਹਨਾਂ ਨੂੰ ਆਪਾਂ ਅਪਲਾਈ ਕਰਨਾ, ਹਜੇ ਆਪਾਂ ਇਸ ਕਨਸੈਪਟ ਨੂੰ ਅਪਲਾਈ ਕਰਨਾ, ਪਰ ਹਾਂ ਇੰਨਾ ਔਖਾ ਵੀ ਕੰਮ ਨਹੀਂ ਹੈਗਾ ਜਿੱਤੇ ਤੇ ਅਪਲਾਈ ਕਰਨਾ। ਹੁਣ ਉਹ ਅਪਲਾਈ ਕਰਨ ਵਾਲੀਆਂ ਸਟੋਰੀਜ਼ ਜਿਹੜੀਆਂ ਨੇ ਉਹ ਆਪਾਂ ਕੱਲ ਨੂੰ ਸ਼ੁਰੂ ਕਰਾਂਗੇ। ਮੈਂ ਥੋੜੀ ਜਿਹੀ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ। ਜਿਹੜੀ ਸਿਚੁਏਸ਼ਨ ਆ ਉਹ ਐ ਹੋਊਗੀ ਜੇ ਆਪਾਂ ਕੱਲ ਨੂੰ ਜਦੋਂ ਡਿਸਕਸ ਕਰਾਂਗੇ ਕਿ ਇੱਕ ਚੋਰ ਜਾ ਰਿਹਾ ਹੈਗਾ, ਠੀਕ ਹੈ, ਤੇ ਉਹਨੂੰ ਪੁਲਿਸ ਜਿਹੜੀ ਆ ਉਹ ਚੇਜ਼ ਕਰ ਰਹੀ ਆ। ਜਦੋਂ ਚੋਰ ਨੂੰ ਪੁਲਿਸ ਚੇਜ਼ ਕਰ ਰਹੀ ਆ ਤਾਂ ਕਿੰਨੇ ਟਾਈਮ ਦੇ ਵਿੱਚ ਉਹਨੂੰ ਚੇਜ਼ ਕਰੂਗੀ, ਠੀਕ ਹੈ। ਹੁਣ ਇੱਕ ਕੁਐਸਚਨ ਜਿਹੜਾਗਾ ਆਪਾਂ ਡਿਸਕਸ ਕਰਾਂਗੇ ਕੱਲ ਨੂੰ, ਉਹ ਮੈਂ ਤਾਂ ਇਸ ਕਰਕੇ ਕੱਲ ਤੇ ਛੱਡਿਆਗਾ ਕਿਉਂਕਿ ਇੱਥੇ ਤੱਕ ਤਾਂ ਆਪਾਂ ਐ ਮੰਨ ਕੇ ਚੱਲਿਆ ਨਾ ਵੀ ਉਹ ਆਰਾਮ ਨਾਲ ਜਾ ਰਹੇ ਨੇ ਉਹੀ ਸਪੀਡ ਤੇ। ਹੁਣ ਜਦੋਂ ਚੇਜ਼ ਕਰਨਾ ਸੋਚੋ ਤਾਂ ਚੇਜ਼ ਕਰਨ ਲੱਗੇ ਤਾਂ ਨਹੀਂ ਹੈਗਾ ਵੀ ਪੁਲਿਸ ਆਰਾਮ ਨਾਲ ਕਹੂ ਵੀ ਮੈਂ ਤਾਂ ਇੰਨੀ ਸਪੀਡ ਤੇ ਜਾਊਂਗਾ, ਰਾਈਟ। ਤੇ ਜਿਹੜਾ ਥੀਫ ਆ, ਚੋਰ ਆ, ਵਹੀਕਲ ਤੇ ਜਾ ਰਿਹਾ, ਠੀਕ ਹੈ, ਉਹ ਵੀ ਕਹੇ ਮੈਂ ਤਾਂ ਆਹੀ ਸਪੀਡ ਤੇ ਜਾਊਂਗਾ, ਤਾਂ ਉੱਥੇ ਥੋੜੀ ਜਿਹੀ ਚੇਂਜ ਆਪਾਂ ਕਰਾਂਗੇ, ਠੀਕ ਹੈ ਨਾ। ਮਤਲਬ ਇੱਕ ਵਹੀਕਲ ਜਦੋਂ ਦੂਜੇ ਵਹੀਕਲ ਨੂੰ ਚੇਜ਼ ਕਰ ਰਿਹਾ ਹੋਵੇ ਤਾਂ ਉੱਥੇ ਸਟੋਰੀ ਕੀ ਬਣੂਗੀ, ਉਹ ਇਹ ਤੋਂ ਅਗਲਾ ਕਨਸੈਪਟ ਆ। ਤਾਂ ਉਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਇਕੁਏਸ਼ਨਸ ਆਫ ਮੋਸ਼ਨ ਅਪਲਾਈ ਕਰਨੀਆਂ ਪੈਣਗੀਆਂ, ਤੇ ਜਿਹਦੇ ਕਰਕੇ ਆਪਾਂ ਕੱਲ ਨੂੰ ਮਿਲਾਂਗੇ। ਹੁਣ ਆਪਾਂ ਅੱਜ ਦਾ ਟੌਪਿਕ ਮੈਂ ਵੈਸੇ ਡਨ ਹੋ ਗਿਆ ਕਿਉਂਕਿ ਇਹ ਤੋਂ ਬਾਅਦ ਜੇ ਮੈਂ ਸ਼ੁਰੂ ਕਰੂੰਗਾ ਵੀ ਉਹ ਟੌਪਿਕ ਤਾਂ ਉਹਦਾ ਫਾਇਦਾ ਨਹੀਂ ਹੋਣਾ। ਪਰ ਹਾਂ ਤੁਹਾਡੇ ਲਈ ਅੱਜ ਕੱਲ ਨੂੰ ਲੈਕਚਰ ਤੋਂ ਪਹਿਲਾਂ ਮੈਂ ਜਿੰਨੇ ਕੁਐਸਚਨ ਦਊਂਗਾ, ਹੋਪਫੁਲੀ ਮੈਂ 10 ਕੁਐਸਚਨ ਤਾਂ ਤੁਹਾਨੂੰ ਦਊਂਗਾ, ਤੁਸੀਂ ਉਹ ਨਿਊਮੈਰੀਕਲ ਟਰਾਈ ਕਰ ਲਿਓ, ਠੀਕ ਹੈ। ਤੇ ਮੈਨੂੰ ਉਹ ਸੋਲਵ ਕਰਕੇ ਫੋਟੋ ਖਿੱਚ ਕੇ ਭੇਜਣੀ ਨਾ ਭੁੱਲਿਓ ਤਾਂ ਕਿ ਮੈਂ ਤੁਹਾਨੂੰ ਕੱਲ ਦੇ ਲੈਕਚਰ ਤੋਂ ਪਹਿਲਾਂ ਉਹ ਚੈੱਕ ਕਰਕੇ ਤੁਹਾਨੂੰ ਮੈਂ ਉਹਦੀ ਕੋਟੇਸ਼ਨ ਦੇ ਦਾਂ ਵੀ ਹਾਂ ਕੀ ਗਲਤ ਆ ਜਾਂ ਕੀ ਸਹੀ ਆ, ਫਿਰ ਆਪਾਂ ਡਿਸਕਸ ਕਰ ਸਕਦੇ ਹਾਂ ਕਲਾਸ ਦੇ ਵਿੱਚ, ਠੀਕ ਹੈ। ਅੱਜ ਲਈ ਇੰਨਾ ਬਹੁਤ ਹੈ ਬੇਟੇ, ਤੇ ਆਪਾਂ ਕੱਲ ਨੂੰ ਮਿਲਾਂਗੇ ਹੁਣ ਸੇਮ ਟਾਈਮ ਤੇ, ਠੀਕ ਹੈ। ਤੇ ਫਿਰ ਆਪਾਂ ਡਿਸਕਸ ਕਰ ਦਿਆਂਗੇ ਜਿਹੜਾ ਚੇਜ਼ ਕਰਨ ਵਾਲਾ ਗਾ, ਕੱਲਾ ਉਹ ਨਹੀਂ ਹੈਗਾ, ਬਹੁਤ ਕੁਐਸਚਨ ਨੇ ਹੋਰ
ਜਿਹੜੇ ਨਾਲ ਆਪਾਂ ਚੇਂਜ ਕਰਨ ਵਾਲੇ ਮਤਲਬ ਕਰਨੇ ਨੇ ਡਿਫਰੈਂਟ ਵੇ ਨਾਲ ਕਨਸੈਪਟ ਨੇਗੇ। ਤਾਂ ਮਿਲਦੇ ਆਪਾਂ ਕੱਲ ਨੂੰ ਹਨਾ। ਜੇ ਤੁਹਾਡੇ ਕੋਲ ਅੱਛਾ ਤੁਸੀਂ ਐਂ ਦੱਸੋ ਕੱਲਾ ਕੱਲਾ ਬੱਚਾ ਮੈਨੂੰ ਮੈਸੇਜ ਕਰਕੇ ਤੁਹਾਡੇ ਕੋਲ ਰੈਫਰੈਂਸ ਬੁੱਕਸ ਕਿਹੜੀਆਂ ਕਿਹੜੀਆਂ ਨੇ? ਕੋਈ ਬਾय ਕੀਤੀ ਹੋਈ ਹੈਗੀ ਹੈ ਬੁੱਕ ਜੀ ਤੋਂ ਫਿਜ਼ਿक्स कर रहे हो? मैं बंद करता है अकाउंट बेटे।